ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਲੋਕਮਾ ਸੱਚ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਸਮੇਤ ਭਾਰਤ ਦੀ ਸਿਆਸਤ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਤੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਆਮ ਆਦਮੀ ਪਾਰਟੀ ਦੇ ਇੱਕ ਹੋਰ ਮੰਤਰੀ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਹੋਣ ਜਾ ਰਹੀ ਹੈ। ਕਿਹੜਾ ਉਹ ਮੰਤਰੀ ਹੈ? ਅਰਵਿੰਦ ਕੇਜਰੀਵਾਲ ਨੇ ਖੁਦ ਉਹਦੇ ਬਾਰੇ ਜਾਣਕਾਰੀ ਦਿੱਤੀ ਹੈ। ਪੂਰਾ ਮਾਮਲਾ ਕੀ ਹੈ ਉਸ 'ਤੇ ਗੱਲਬਾਤ ਕਰਾਂਗੇ। ਤਾਂ ਉਧਰ ਗੱਲਬਾਤ ਕਰਾਂਗੇ ਕਿ ਇੱਕ ਪੰਜਾਬ ਦੀ IAS ਲੇਡੀ ਅਧਿਕਾਰੀ ਜਿਹੜੀ ਹੈ ਉਹ ਨੌਕਰੀ ਛੱਡਣ ਜਾ ਰਹੀ ਹੈ ਸਮੇਂ ਤੋਂ ਪਹਿਲਾਂ। ਚਰਚਾਵਾਂ ਕਈ ਤਰੀਕੇ ਦੀਆਂ ਨੇ ਕਿ ਸ਼ਾਇਦ ਸਰਕਾਰ ਦੇ ਰੁਖ ਨੂੰ ਦੇਖਦਿਆਂ ਉਹਨੇ ਨੌਕਰੀ ਛੱਡਣ ਦਾ ਮਨ ਬਣਾਇਆ ਹੈ ਜਾਂ ਪਰਿਵਾਰਕ ਰੁਝੇਵਿਆਂ ਕਰਕੇ ਬਣਾਇਆ। ਕਈ ਤਰੀਕੇ ਦੀਆਂ ਉਹਦੇ 'ਤੇ ਚਰਚਾਵਾਂ ਨੇ, ਅਸੀਂ ਉਸ 'ਤੇ ਵੀ ਗੱਲਬਾਤ ਕਰਾਂਗੇ। ਗੱਲਬਾਤ ਅਸੀਂ ਬਿਕਰਮ ਸਿੰਘ ਮਜੀਠੀਏ ਦੀ ਜ਼ਮਾਨਤ ਦੀ ਅਰਜ਼ੀ ਦੇ ਉੱਪਰ ਜਿਹੜੀ ਸੁਣਵਾਈ ਹੋਣੀ ਸੀ ਉਹਦੇ ਟਲਣ ਦੇ ਉੱਪਰ ਵੀ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਸਾਹਿਬ, ਸ਼ੁਰੂਆਤ ਜਿਹੜੀ ਹੈ ਆਪਾਂ ਆਮ ਆਦਮੀ ਪਾਰਟੀ ਦੇ ਉਸ ਮੰਤਰੀ ਤੋਂ ਕਰਦੇ ਹਾਂ ਜਿਹਦੀ ਤੁਸੀਂ ਆਪਾਂ ਗੱਲ ਕਰ ਰਹੇ ਹਾਂ ਕਿ ਪਹਿਲਾਂ ਕੁਝ ਹੋਰ ਲੀਡਰਾਂ ਦੇ ਉੱਪਰ ਵੀ ਕਾਰਵਾਈ ਹੋਈ ਹੈ, ਪਰ ਹੁਣ ਪਤਾ ਲੱਗਿਆ ਹੈ ਕਿ ਸਤਿੰਦਰ ਜੈਨ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਹੁਣ ਦਿੱਲੀ ਦੇ ਡਿਪਟੀ CM ਅਤੇ ਉੱਥੋਂ ਦੇ ਜਿਹੜੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਕਹਿੰਦੇ ਕੇਂਦਰ ਦੀ ਸਰਕਾਰ ਜਿਹੜੀ ਗ੍ਰਿਫਤਾਰ ਕਰਾਉਣਾ ਚਾਹੁੰਦੀ ਹੈ। ਇਹਦੇ ਬਾਰੇ ਜਾਣਕਾਰੀ ਜਿਹੜੀ ਖੁਦ ਅਰਵਿੰਦ ਕੇਜਰੀਵਾਲ ਨੇ ਦਿੱਤੀ ਹੈ ਔਰ ਉਹ ਕਹਿੰਦੇ ਕਿ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਦਿੱਤਾ ਸੀਗਾ ਕਿ ਮਨੀਸ਼ ਸਿਸੋਦੀਆ ਦੇ ਉੱਪਰ ਕਾਰਵਾਈ ਕੇਂਦਰ ਸਰਕਾਰ ਜਿਹੜੀ ਆ ਉਹ ਕਰਨ ਜਾ ਰਹੀ ਹੈ। ਇਹ ਪੂਰਾ ਮਾਮਲਾ ਕੀ ਆ? ਕਿਉਂ ਗ੍ਰਿਫਤਾਰੀ ਹੋਣ ਜਾ ਰਹੀ ਹੈ? ਸੁਖਵਿੰਦਰ ਜੀ, ਜਦੋਂ ਦੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਆਮ ਆਦਮੀ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਦੇ ਵਿਚਕਾਰ ਆਪਸੀ ਕਸ਼ਮਕਸ਼ ਜਿਹੜੀ ਆ ਉਹ ਚੱਲਦੀ ਰਹੀ ਆ। ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਜਦੋਂ ਵੀ ਕੋਈ ਕੰਮ ਕਰਦੀ ਆ ਤਾਂ ਉਹਨਾਂ ਦੇ ਸਿਰ ਉੱਤੇ ਕੇਂਦਰ ਸਰਕਾਰ ਦਾ ਨੁਮਾਇੰਦਾ ਜਿਹੜਾ ਲੈਫਟੀਨੈਂਟ ਜਨਰਲ ਦੇ ਮੌਜੂਦ ਆ ਲੈਫਟੀਨੈਂਟ ਦੇ ਰੂਪ ਦੇ ਵਿੱਚ, ਉਹਦੇ ਵੱਲੋਂ ਅਕਸਰ ਇਹਨਾਂ ਦੇ ਕੰਮਕਾਜ ਦੇ ਵਿੱਚ ਰੁਕਾਵਟਾਂ ਜਿਹੜੀਆਂ ਪਾ ਦਿੱਤੀਆਂ ਜਾਂਦੀਆਂ ਨੇ, ਜਿਸ ਕਾਰਨ ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਜਿਹੜੀ ਹਮੇਸ਼ਾ ਆਮੋ ਸਾਹਮਣੇ ਰਹੀ ਆ। ਹੁਣ ਜਿਸ ਤਰੀਕੇ ਨਾਲ ਕੁਝ ਸਮਾਂ ਪਹਿਲਾਂ ਹੀ ਅੱਜ ਅਰਵਿੰਦ ਕੇਜਰੀਵਾਲ ਉਹਨਾਂ ਨੇ ਲਾਈਵ ਹੋ ਕੇ ਇਹ ਦੱਸਿਆ ਕਿ ਜਿਹੜੇ ਦਿੱਲੀ ਦੇ ਜਿਹੜੇ ਡਿਪਟੀ CM ਨੇ ਔਰ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ CBI ਵੱਲੋਂ ਗ੍ਰਿਫਤਾਰ ਕਰਨ ਵਾਸਤੇ ਜਿਹੜੀ ਤਿਆਰੀ ਆ ਪੂਰਨ ਤੌਰ ਤੇ ਕਰ ਲਈ ਗਈ ਹੈ। ਉਹਨਾਂ ਨੂੰ ਕਿਹੜੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਜਾਣਾ ਆ, ਅਰਵਿੰਦ ਕੇਜਰੀਵਾਲ ਹੋਣਾ ਦੇ ਮੁਤਾਬਕ ਇਹਦੇ ਸੰਬੰਧੀ ਅਜੇ ਕੋਈ ਉਹਨਾਂ ਨੂੰ ਜਾਣਕਾਰੀ ਨਹੀਂ ਆ, ਪਰ ਇਸ ਸਭ ਦੇ ਬਾਵਜੂਦ CBI ਵੱਲੋਂ ਤਿਆਰੀ ਜਿਹੜੀ ਕਰ ਲਈ ਗਈ ਆ ਤੇ ਕਿਸੇ ਵਕਤ ਵੀ ਮਨੀਸ਼ ਸਿਸੋਦੀਆ ਨੂੰ ਹੱਥ ਜਿਹੜਾ ਪਾਇਆ ਜਾ ਸਕਦਾ ਹੈਗਾ। ਔਰ ਇਹਦੇ ਨਾਲ ਹੀ ਨਾਲ ਅਰਵਿੰਦ ਕੇਜਰੀਵਾਲ ਹੋਣਾ ਨੇ ਮਨੀਸ਼ ਸਿਸੋਦੀਆ ਦੀ ਪਿੱਠ ਥਾਪੜਦਿਆਂ ਇੰਨੀ ਗੱਲ ਕਹੀ ਆ ਕਿ 22 ਸਾਲ ਤੋਂ ਮੈਂ ਮਨੀਸ਼ ਹੋਣਾ ਨੂੰ ਜਾਣਦਾ, ਕਦੇ ਵੀ ਕਿਸੇ ਵੀ ਕਿਸਮ ਦਾ ਕੋਈ ਕੇਸ, ਕੋਈ ਕਰਪਸ਼ਨ ਜਾਂ ਕਿਸੇ ਵੀ ਕਿਸਮ ਦਾ ਕੋਈ ਐਲੀਗੇਸ਼ਨ ਉਹਨਾਂ ਤੇ ਅੱਜ ਤੱਕ ਦਿਖਾਈ ਨਹੀਂ ਦਿੱਤਾ। ਇੱਥੇ ਮੈਂ ਇਹ ਵੀ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨੀ ਸਤਿੰਦਰ ਜੈਨ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਹ ED ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਜਿਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਉਹਨਾਂ ਨੇ CBI ਦਾ ਨਾਂ ਲਿਆ ਕਿ CBI ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕਰੂਗੀ, ਤਾਂ ਭਾਵ ਇਹ ਆ ਕਿ ਕੇਂਦਰ ਦੀਆਂ ਜਿਹੜੀਆਂ ਇਹ ਏਜੰਸੀਆਂ ਨੇ ਇਹ ਪੂਰਨ ਤੌਰ ਤੇ ਆਪਰੇਟ ਜਿਹੜੀਆਂ ਉਹ ਕਰਦੀਆਂ ਪਈਆਂ ਨੇ, ਖਾਸ ਤੌਰ ਤੇ ਆਮ ਆਦਮੀ ਪਾਰਟੀ ਨੂੰ ਉਹਨਾਂ ਦੇ ਜਿਹੜੇ ਵੱਡੇ ਚਿਹਰੇ ਨੇ ਉਹਨਾਂ ਨੂੰ ਗ੍ਰਿਫਤਾਰੀ ਨੂੰ ਲੈ ਕੇ। ਹੁਣ ਸੁਖਵਿੰਦਰ ਜੀ, ਇਹਦੇ 2-3 ਅਹਿਮ ਕਾਰਨ ਜਿਹੜੇ ਮੰਨੇ ਜਾ ਸਕਦੇ ਨੇ ਜੇਕਰ ਅਸੀਂ ਅਰਵਿੰਦ ਕੇਜਰੀਵਾਲ ਦੀ ਹੀ ਗੱਲ ਨੂੰ ਸੱਚ ਮੰਨ ਲਈਏ ਕਿ ਆਉਂਦਿਆਂ ਦਿਨਾਂ 'ਚ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਹੋ ਸਕਦੀ ਹੈ। ਉਸ ਦਾ ਕੀ ਕਾਰਨ? ਮਨੀਸ਼ ਸਿਸੋਦੀਆ ਇੱਕ ਵੱਡਾ ਜਾਣਿਆ ਪਛਾਣਿਆ ਚਿਹਰਾ ਆ। ਜਦੋਂ ਵੀ ਅਰਵਿੰਦ ਕੇਜਰੀਵਾਲ ਹੁਣੀ ਦਿੱਲੀ ਤੋਂ ਬਾਹਰ ਹੁੰਦੇ ਆ ਤਾਂ ਉਸ ਵਕਤ ਜਿਹੜੀ ਦਿੱਲੀ ਦਾ ਮੇਨ ਜਿਹੜਾ ਅਸੀਂ ਕਹਿ ਸਕਦੇ ਕਿ ਮੁੱਖ ਮੰਤਰੀ ਅਨਆਫੀਸ਼ੀਅਲ ਤੌਰ ਤੇ ਮਨੀਸ਼ ਸਿਸੋਦੀਆ ਹੁੰਦੇ ਆ। ਤਾਂ ਦੂਸਰੇ ਪਾਸੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਸ ਵੇਲੇ ਗੁਜਰਾਤ ਦੇ ਵਿੱਚ ਜਿਹੜੀਆਂ ਚੋਣਾਂ ਉਹ ਹੋਣ ਵਾਲੀਆਂ ਨੇ। 27 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਗੁਜਰਾਤ ਦੇ ਵਿੱਚ ਆਪਣਾ ਸਿੱਕਾ ਜਿਹੜਾ ਚਲਾ ਰਹੀ ਆ ਤੇ ਅਰਵਿੰਦ ਕੇਜਰੀਵਾਲ ਹੋਣਾ ਦੀਆਂ ਜਿਹੜੀਆਂ ਨਜ਼ਰਾਂ ਨੇ ਪੂਰਨ ਤੌਰ ਤੇ ਗੁਜਰਾਤ ਤੇ ਟਿਕੀਆਂ ਹੋਈਆਂ ਨੇ ਕਿ ਉੱਥੋਂ ਕਿਸੇ ਵੀ ਤਰੀਕੇ ਨਾਲ ਭਾਜਪਾ ਦਾ ਜਿਹੜਾ ਗੜ੍ਹ ਆ ਉਸ ਨੂੰ ਤੋੜਨਾ ਕਾਂਗਰਸ ਜਿਹੜੀ ਕਮਜ਼ੋਰ ਜਿਹੜੀ ਪੈ ਚੁੱਕੀ ਆ। ਤਾਂ ਇਹੋ ਸਾਰੀਆਂ ਸਥਿਤੀਆਂ ਦੇ ਸਮੀਕਰਨ ਦੇ ਵਿੱਚ ਜੇਕਰ ਗੁਜਰਾਤ ਦੇ ਵਿੱਚੋਂ ਭਾਜਪਾ ਹਾਰਦੀ ਆ ਤਾਂ ਫਿਰ ਕੁਦਰਤੀ ਤੌਰ ਤੇ ਨਰਿੰਦਰ ਮੋਦੀ ਦਾ ਜਿਹੜਾ ਕੱਦ ਆ ਉਹ ਨੀਵਾਂ ਹੁੰਦਾ
ਤਾਂ ਭਾਜਪਾ ਦਾ ਜਿਹੜਾ ਗੌਰਵ ਆ ਉਹ ਟੁੱਟਦਾ। ਸੋ ਜੋ ਇਸ ਤਰੀਕੇ ਨਾਲ ਅਸੀਂ ਕਹਿ ਦਿੰਦੇ ਹਾਂ ਕਿ ਸਾਮ ਦਾਮ ਦੰਡ ਭੇਦ ਦੀ ਜਿਹੜੀ ਨੀਤੀ ਹੁੰਦੀ ਹੈ ਜੰਗ ਦੇ ਵਿੱਚ ਤੇ ਪਿਆਰ ਦੇ ਵਿੱਚ ਹਰ ਤਰੀਕੇ ਨਾਲ ਜਾਇਜ਼ ਹੁੰਦੀ ਆ। ਤੇ ਮੈਨੂੰ ਜਿੱਥੋਂ ਤੱਕ ਮੇਰੀ ਜੋ ਸਿਆਸੀ ਸਮਝ ਹੈ, ਮੈਨੂੰ ਵੀ ਇਸ ਤਰੀਕੇ ਨਾਲ ਲੱਗਦਾ ਕਿ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਦਾ ਧਿਆਨ ਹਟਾਉਣ ਵਾਸਤੇ ਸੀਬੀਆਈ ਦੀ ਵਰਤੋਂ ਉਸੇ ਤਰੀਕੇ ਨਾਲ ਕੀਤੀ ਜਾਣ ਲੱਗੀ ਆ ਮਨੀਸ਼ ਸਿਸੋਦੀਆ ਦੇ ਖਿਲਾਫ, ਜਿਸ ਤਰੀਕੇ ਨਾਲ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਸੀਬੀਆਈ, ਈਡੀ, ਮਮਤਾ ਬੈਨਰਜੀ ਦੀ ਜਿਹੜੀ ਪਾਰਟੀ ਦੇ ਵਰਕਰ ਸੀ ਜਾਂ ਉਹਨਾਂ ਦੇ ਜਿਹੜੇ ਵਿਧਾਇਕ ਸੀ ਉਹਨਾਂ ਦੇ ਖਿਲਾਫ ਖੁੱਲ੍ਹ ਕੇ ਵਰਤੋਂ ਕੀਤੀ। ਤਾਂ ਇਹੋ ਹੀ ਕਾਰਨ ਮੈਨੂੰ ਜੋ ਲੱਗਦਾ ਕਿ ਮਨੀਸ਼ ਸਿਸੋਦੀਆ ਨੂੰ ਜੇਕਰ ਕੋਈ ਕੇਸ ਹੋਏਗਾ ਉਹ ਕੇਸ ਤਾਂ ਸਾਹਮਣੇ ਆਵੇਗਾ। ਜੇਕਰ ਹੁਣ ਸੀਬੀਆਈ ਨੇ ਤਿਆਰੀ ਕੀਤੀ ਤਾਂ ਸੀਬੀਆਈ ਨੇ ਕੋਈ ਨਾ ਕੋਈ ਤਿਆਰੀ ਕੁਝ ਕਾਗਜ਼ਾਂ ਦੇ ਆਧਾਰ ਤੇ, ਕੁਝ ਮੁੱਦਿਆਂ ਦੇ ਆਧਾਰ ਤੇ ਗ੍ਰਿਫਤਾਰੀ ਬਣਾਈ ਹੋਊਗੀ। ਪਰ ਜਿਹੜਾ ਇਸ ਦਾ ਮੂਲ ਮਨੋਰਥ ਸੁਖਵਿੰਦਰ ਜੀ ਮੈਨੂੰ ਇਹ ਲੱਗਦਾ ਸਿਰਫ ਤੇ ਸਿਰਫ ਗੁਜਰਾਤ ਹੀ ਨਹੀਂ, ਹਿਮਾਚਲ ਦੇ ਵਿੱਚ ਵੀ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਬੀਤੇ ਦਿਨਾਂ ਤੋਂ ਆਪਣੇ ਪੈਰ ਪਸਾਰਦੀ ਪਈ ਆ ਔਰ ਜਿਸ ਤਰੀਕੇ ਨਾਲ ਇੱਕ ਕਾਂਟੇ ਦੀ ਟੱਕਰ ਦੇਣ ਵਾਸਤੇ ਲੱਗ ਰਿਹਾ ਕਿ ਉਹ ਕਾਂਟੇ ਦੀ ਟੱਕਰ ਦੇਗੀ, ਇਸ ਕਰਕੇ ਇਹ ਹੋ ਸਕਦਾ ਕਿ ਭਾਰਤੀ ਜਨਤਾ ਪਾਰਟੀ ਦਾ ਉਹ ਹੋਵੇ ਤਹਿਤ ਜਿਹੜੀ ਨੀਤੀਆਂ ਹਮੇਸ਼ਾ ਉਹ ਕਰਦੀ ਰਹੀ ਆ। ਇਹਦੇ ਨਾਲ ਹੀ ਨਾਲ ਤੁਹਾਡੇ ਪ੍ਰਸ਼ਨ ਦੇ ਨਾਲ ਇੱਕ ਹੋਰ ਮੈਂ ਜਵਾਬ ਦੇ ਦਾਂ। ਕੱਲ ਹੀ ਮਮਤਾ ਬੈਨਰਜੀ ਦਾ ਇੱਕ ਬਿਆਨ ਆਇਆ। ਮਮਤਾ ਬੈਨਰਜੀ ਉਹਨਾਂ ਨੇ ਇਹ ਗੱਲ ਕਹੀ ਕਿ ਭਾਜਪਾ ਜਿੱਥੇ ਜਿੱਥੇ ਵਿਰੋਧੀ ਪਾਰਟੀ ਦੀਆਂ ਸਰਕਾਰਾਂ ਨੇ ਉੱਥੇ ਭਾਜਪਾ ਜਿਹੜੀਆਂ ਉਹਨਾਂ ਵਿਰੋਧੀ ਸਰਕਾਰਾਂ ਨੂੰ ਦੇਖ ਕੇ ਆਪਣੀ ਸਰਕਾਰਾਂ ਬਣਾਉਣ ਦੇ ਮੂਡ ਦੇ ਵਿੱਚ ਆ। ਤੇ ਮਮਤਾ ਬੈਨਰਜੀ ਨੇ ਇਸ ਤੋਂ ਅੱਗੇ ਵੀ ਇਹ ਧਮਕੀ ਦਿੱਤੀ, ਮੇਰਾ ਖਿਆਲ ਅੱਜ ਦੀ ਇਹ ਖਬਰ ਆ, ਉਹਨਾਂ ਨੇ ਇਹ ਵੀ ਧਮਕੀ ਦਿੱਤੀ ਕਿ ਪੱਛਮੀ ਬੰਗਾਲ ਦੇ ਵਿੱਚ ਵੀ ਭਾਜਪਾ ਇਹੋ ਕੁਝ ਕਰਨ ਜਾ ਰਹੀ ਆ, ਪਰ ਪੱਛਮੀ ਬੰਗਾਲ ਦੇ ਵਿੱਚ ਭਾਜਪਾ ਜਿਹੜੀ ਹੈ ਸੋਚ ਕੇ ਕੋਈ ਵੀ ਕਾਰਵਾਈ ਕਰੇ, ਕਿਉਂਕਿ ਉੱਥੇ ਜਿਹੜੇ ਤ੍ਰਿਣਮੂਲ ਕਾਂਗਰਸ ਦੇ ਹੈਗੇ ਨੇ ਵਿਧਾਇਕ ਜਾਂ ਮੰਤਰੀ, ਉਹ ਇੱਕ ਪਾਰਟੀ ਦੇ ਨਾਲ ਜਾਂ ਬੰਗਾਲ ਦੇ ਨਾਲ ਡੈਡੀਕੇਟ ਨਹੀਂ। ਸੋ ਇਹ ਇੱਕ ਅਲੱਗ ਵਿਸ਼ਾ ਹੈਗਾ। ਜਿਸ ਤਰੀਕੇ ਦਾ ਤੁਹਾਡਾ ਪ੍ਰਸ਼ਨ ਸੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਦੇ ਸੰਬੰਧ 'ਚ, ਕਿਉਂਕਿ ਜਦੋਂ ਵੀ ਅਰਵਿੰਦ ਕੇਜਰੀਵਾਲ ਲਾਈਵ ਹੋ ਕੇ ਕੋਈ ਗੱਲ ਕਰਦੇ ਆ ਤਾਂ ਉਸਦੇ ਅਰਥ ਜਿਹੜੇ ਨੇ ਕੁਝ ਹੋਰ ਹੁੰਦੇ ਆ। ਸੋ ਕੁਦਰਤੀ ਤੌਰ ਤੇ ਲੱਗਦਾ ਕਿ ਸਤਿੰਦਰ ਜੈਨ ਦੀ ਜਦੋਂ ਗ੍ਰਿਫਤਾਰੀ ਹੋਈ 10-15 ਦਿਨ ਮਹੀਨਾ ਸਤਿੰਦਰ ਜੈਨ ਨੂੰ ਅੰਦਰ ਵੀ ਰੱਖਿਆ ਗਿਆ। ਬਾਅਦ ਦੇ ਵਿੱਚ ਇਨਕੁਆਰੀ ਜਦੋਂ ਖਤਮ ਹੋਈ ਤੇ ਈਡੀ ਨੇ ਕਿਹਾ ਤਾਂ ਕਿ ਉਹਨਾਂ ਕੋਲੋਂ ਕੁਝ ਨਹੀਂ ਮਿਲਿਆ, ਉਹ ਬੰਦੇ ਨੂੰ ਰਿਹਾ ਕਰ ਦਿੱਤਾ ਗਿਆ। ਸਿਰਫ ਤੇ ਸਿਰਫ ਭਾਜਪਾ ਦਾ ਜਿਹੜੀ ਭਾਜਪਾ ਦੀ ਕੇਂਦਰ ਸਰਕਾਰ ਆ ਉਸ ਦਾ ਮੂਲ ਮਨੋਰਥ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਨੂੰ ਪਰੇਸ਼ਾਨ ਕਰਨਾ ਸੀ। ਤੇ ਜੇਕਰ ਹੁਣ ਮਨੀਸ਼ ਸਿਸੋਦੀਆ ਵਰਗੇ ਬੰਦੇ ਨੂੰ ਭਾਰਤੀ ਜਨਤਾ ਪਾਰਟੀ ਮਾਫ ਕਰਦੇ ਜਾਂ ਸੀਬੀਆਈ ਹੱਥ ਪਾਉਂਦੀ ਆ ਤਾਂ ਕੁਦਰਤੀ ਤੌਰ ਤੇ ਇੱਕ ਤਗੜਾ ਝਟਕਾ ਜਿਹੜਾ ਆ ਆਮ ਆਦਮੀ ਪਾਰਟੀ ਨੂੰ ਲੱਗਦਾ ਹੈਗਾ। ਧਿਆਨ ਜਿਹੜਾ ਆ ਭਾਰਤੀ ਜਨਤਾ ਪਾਰਟੀ ਮਾਫ ਕਰਦਾ ਆਮ ਆਦਮੀ ਪਾਰਟੀ ਦਾ ਆਪਣੇ ਉਸ ਮਨੀਸ਼ ਸਿਸੋਦੀਆ ਵੱਲ ਹੋ ਜਾਵੇਗਾ ਜਿਹਦੇ ਉੱਤੇ ਅਜੇ ਤੱਕ ਕੋਈ ਵੀ ਦਾਗ ਜਿਹੜਾ ਹੈ ਕਰਪਸ਼ਨ ਦਾ ਨਹੀਂ ਲੱਗਾ। ਲੋਕ ਉਸ ਦੀ ਇਮਾਨਦਾਰੀ ਦੀ ਜਿਹੜੀਆਂ ਸੋਹਾਂ ਖਾਂਦੇ ਨੇ। ਰਾਜਨੀਤਿਕ ਮਤਭੇਦ ਜਿਸ ਤਰੀਕੇ ਦੇ ਕਿਸੇ ਵਿਅਕਤੀ ਦੇ ਮਰਜ਼ੀ ਹੋਣ, ਪਰ ਅਜੇ ਤੱਕ ਮਨੀਸ਼ ਸਿਸੋਦੀਆ ਦੀ ਜਿਹੜੀ ਦੇਖਿਆ ਉਹ ਇੱਕ ਇਮਾਨਦਾਰ ਰਾਜਨੇਤਾ ਵਾਲੀ ਹੈਗੀ ਆ। ਬਾਕੀ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਇਹ ਦਿੱਲੀ ਵਾਲੇ ਪਾਸੇ ਨੂੰ ਆਮ ਆਦਮੀ ਪਾਰਟੀ ਵਾਲੇ ਪਾਸੇ ਨੂੰ ਬੀਜੇਪੀ ਲੱਗੀ ਹੋਈ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਵਾਲੇ ਪਾਸੇ ਨੂੰ ਵੀ ਵੱਧ ਸਕਦੇ ਆ। ਸੁਖਵਿੰਦਰ ਜੀ ਦੇਖੋ, ਆਮ ਆਦਮੀ ਪਾਰਟੀ ਦੀ ਜਿਹੜੀ ਸਥਿਤੀ ਦਿੱਲੀ ਦੀ ਗੱਲ ਤਾਂ ਹੈ ਹੀ ਹੈ। ਪੰਜਾਬ ਦੀ ਜੇਕਰ ਗੱਲ ਕਰ ਲਈਏ ਤਾਂ ਜੇਕਰ ਆਮ ਆਦਮੀ ਪਾਰਟੀ ਕਾਂਗਰਸ ਦੇ ਜਾਂ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਉਹਨਾਂ ਸਾਬਕਾ ਵਿਧਾਇਕਾਂ ਨੂੰ ਹੱਥ ਪਾਏਗੀ ਤਾਂ ਕੁਦਰਤੀ ਤੌਰ ਤੇ ਇਹ ਜੱਗ ਜ਼ਾਹਰ ਆ ਕਿ ਭਾਜਪਾ ਵੀ ਆਪਣਾ ਹਰ ਹਥਿਆਰ ਜਿਹੜਾ ਉਹ ਇੱਥੋਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਪਾਉਣ ਤੋਂ ਗੁਰੇਜ਼ ਨਹੀਂ ਕਰੇਗੀ, ਕਿਉਂਕਿ ਇਹਨਾਂ ਦੇ ਵਿੱਚ ਵੀ ਅਜੇ ਬੜੇ ਨਵੇਂ ਚਿਹਰੇ ਨੇ ਤੇ ਕਈ ਲੋਕ ਉਹ ਨੇ ਜਿਹੜੇ ਕਾਂਗਰਸ ਨੂੰ ਛੱਡ ਕੇ ਆਏ ਨੇ ਜਾਂ ਦੂਜੇ ਬੰਨੇ ਭਾਜਪਾ ਨੂੰ ਛੱਡ ਕੇ ਇਹਦੇ ਵਿੱਚ ਸ਼ਾਮਲ ਹੋਏ ਨੇ। ਤਾਂ ਕੁਦਰਤੀ ਤੌਰ ਤੇ ਜਿਹੜਾ ਭਾਰਤੀ ਜਨਤਾ ਪਾਰਟੀ ਜਿਹੜੀ ਕੇਂਦਰ ਦੀ ਸਰਕਾਰ ਆ ਉਹਦੀਆਂ ਏਜੰਸੀਆਂ ਇਸ ਪਾਸੇ ਪੰਜਾਬ ਦੇ ਵਿੱਚ ਵੀ ਆਪਣੀ ਮੁਹਿੰਮ ਨੂੰ ਚਲਾ ਸਕਦੀਆਂ ਨੇ, ਕਿਉਂਕਿ ਮੈਂ ਪਹਿਲਾਂ ਹੀ ਕਹਿ ਤਾ ਮੁਹੱਬਤ ਤੇ ਜੰਗ ਦੇ ਵਿੱਚ ਸਭ ਕੁਝ ਜਾਇਜ਼ ਹੁੰਦਾ। ਤੇ ਜਿਹੜੀਆਂ 2024 ਦੀਆਂ ਚੋਣਾਂ ਨੇ ਉਹਨਾਂ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਹਰ ਹੀਲਾ ਹਰ ਹਥਿਆਰ ਜਿਹੜਾ ਵਰਤਣਾ ਆ। ਤਾਂ ਇੱਥੇ ਵੀ ਕਿਹੜੇ ਦੁੱਧ ਦੇ ਨਾਤੇ ਜਿਹੜੇ ਵਿਧਾਇਕ ਹੋਣੇ ਆਮ ਆਦਮੀ ਪਾਰਟੀ ਦੇ, ਜੇਕਰ ਮਨੀਸ਼ ਸਿਸੋਦੀਆ ਵਰਗੇ ਵਿਅਕਤੀ ਨੂੰ ਸੀਬੀਆਈ ਆਪਣੇ ਰਡਾਰ ਤੇ ਲੈ ਸਕਦੀ ਆ ਤਾਂ ਫਿਰ ਇਹ ਤਾਂ ਵਿਚਾਰੇ ਨਵੇਂ ਇਹ ਕਿਹਨਾਂ ਦੇ ਪਾਣੀ ਹਾਰਦੇ, ਇਹਨਾਂ ਦੇ ਉੱਤੇ ਵੀ ਕਿਸੇ ਸਮੇਂ ਵੀ ਕਹਿਰ ਜਿਹੜਾ ਸੀਬੀਆਈ ਦਾ ਜਾਂ ਭਾਰਤੀ ਜਨਤਾ ਪਾਰਟੀ ਦਾ ਡਿੱਗ ਸਕਦਾ। ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਮੌਜੂਦਾ ਜਿਹੜੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ
ਤੇ ਦੂਜੇ ਪਾਸੇ ਦਿੱਲੀ ਸਰਕਾਰ ਕਦੋਂ ਤੱਕ ਆਪਣਾ ਬਚਾਅ ਕਰਦੀ ਆ, ਕਿਉਂਕਿ ਇੱਕ ਤਾਂ ਤਜਿੰਦਰ ਬੱਗੇ ਨੂੰ ਚੁੱਕਣ ਵਾਸਤੇ ਪੰਜਾਬ ਦੀ ਪੁਲਿਸ ਜਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੱਬਾਂ ਭਾਰ ਹੋਈ ਸੀ ਤੇ ਪੂਰਾ ਜ਼ੋਰ ਲਾਤਾ ਸੀ, ਪਰ ਤਜਿੰਦਰ ਬੱਗਾ ਫੜਿਆ ਨਹੀਂ ਸੀ ਗਿਆ। ਤਾਂ ਉਹਦਾ ਵੀ ਤਾਂ ਕਿਤੇ ਨਾ ਕਿਤੇ ਬਦਲਾ ਜਿਹੜਾ ਹੈ ਸੁਖਵਿੰਦਰ ਜੀ ਭਾਰਤੀ ਜਨਤਾ ਪਾਰਟੀ ਦੇ ਲੈਣਾ, ਉਹ ਵੇਖੋ ਤੇ ਇੰਤਜ਼ਾਰ ਕਰਨ ਦੀ ਸਥਿਤੀ ਦੇ ਵਿੱਚ ਹੈਗੀ ਆ। ਬਾਕੀ ਤੁਹਾਡੀ ਗੱਲ ਸਹੀ ਆ ਕਿ ਅਰਵਿੰਦ ਕੇਜਰੀਵਾਲ ਨੂੰ ਹੁਣ ਮਾੜਾ ਸੋਚ ਲੈਣਾ ਚਾਹੀਦਾ, ਜੇ ਧੱਕਾ ਅਸੀਂ ਕਿਸੇ ਨਾਲ ਕਰਨ ਲੱਗੇ ਆ ਤਾਂ ਧੱਕੇ ਅਗਲੇ ਵੀ ਫਿਰ ਉਹ ਤਾਂ ਸਾਡੇ ਤੋਂ ਬੈਠੇ ਵੀ ਉੱਚੀ ਥਾਂ ਤੇ ਆ। ਜੀ ਬਿਲਕੁਲ ਸੁਖਵਿੰਦਰ ਜੀ, ਇਹ ਤਾਂ ਸਿੱਧੀ ਗੱਲ ਆ ਕਿ ਜੇਕਰ ਤੁਸੀਂ ਪੰਜਾਬੀ ਚ ਕਹਿੰਦੇ ਨੇ ਕਿ ਜੇਕਰ ਤੁਸੀਂ ਕਿਸੇ ਨੂੰ ਚੁੰਡੀ ਵੱਢਦੇ ਜੇ ਤਾਂ ਦੰਦੀ ਦੀ ਆਸ ਪਹਿਲਾਂ ਰੱਖ ਲਓ। ਚੁੰਡੀ ਵੱਢਣ ਤੋਂ ਪਹਿਲਾਂ ਇਹ ਸੋਚ ਲਓ ਕਿ ਅਗਲੇ ਨੇ ਤੁਹਾਨੂੰ ਦੰਦੀ ਵੱਢਣੀ ਹੈ, ਫੇਰ ਹੀ ਚੁੰਡੀ ਵੱਢੋ। ਭਾਰਤੀ ਜਨਤਾ ਪਾਰਟੀ ਨੇ ਟੱਕਰ ਲੈਣੀ ਇਸ ਵੇਲੇ ਮੇਰਾ ਨਹੀਂ ਖਿਆਲ ਕਿ ਹਿੰਦੁਸਤਾਨ ਦੀ ਕਿਸੇ ਪਾਰਟੀ ਦੇ ਵੱਸ ਦੀ ਗੱਲ ਹੋਵੇ। ਮਮਤਾ ਬੈਨਰਜੀ ਦੀ ਸਥਿਤੀ ਅਲੱਗ ਹੈ। ਜੇਕਰ ਮਹਾਰਾਸ਼ਟਰ ਦੇ ਵਿੱਚ ਉਹ ਸ਼ਿਵ ਸੈਨਾ ਦਾ ਕਿਲਾ ਢਾਹ ਕੇ ਸ਼ਿਵ ਸੈਨਾ ਨੂੰ ਦੋ ਫਾੜ ਕਰਕੇ ਤੇ ਆਪਣੇ ਸੀਐਮ ਨੂੰ ਡਿਪਟੀ ਸੀਐਮ ਬਣਾਉਣ ਤੱਕ ਭਾਰਤੀ ਜਨਤਾ ਪਾਰਟੀ ਜਾ ਸਕਦੀ ਆ, ਤਾਂ ਸੁਖਵਿੰਦਰ ਜੀ ਫਿਰ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਕੀ ਨਹੀਂ ਕਰ ਸਕਦੀ। ਉਹਦੀ ਰਾਜਸੀ ਸ਼ਕਤੀ, ਉਹਦੀ ਰਾਜਸੀ ਇੱਛਾ ਜਿਹੜੀ ਆ ਉਹਨੇ ਹਰ ਹਾਲਤ ਵਿੱਚ ਪੂਰਾ ਕਰਨਾ। ਉਹਦੇ ਅੱਗੇ ਤਾਂ ਫਿਰ ਇਹ ਕੁਝ ਵੀ ਪਾਰਟੀਆਂ ਜਿਹੜੀਆਂ ਭਾਵੇਂ ਆਮ ਆਦਮੀ ਪਾਰਟੀ ਹੋਵੇ ਤਾਂ ਭਾਵੇਂ ਕੋਈ ਖੇਤਰੀ ਪਾਰਟੀ ਹੋਵੇ, ਉਹ ਪਾਣੀ ਮੰਗਦੀਆਂ ਵੀ ਨਜ਼ਰ ਨਹੀਂ ਆਉਣਗੀਆਂ ਜੇਕਰ ਭਾਰਤੀ ਜਨਤਾ ਪਾਰਟੀ ਆਪਣੀ ਆਈ ਤੇ ਆਉਂਦੀ ਆ ਤੇ ਗੁਜਰਾਤ ਦੇ ਵਿੱਚ ਚੋਣਾਂ ਨੂੰ ਲੈ ਕੇ ਆਪਰੇਟ ਕਰਦੀ ਹੈ। ਜੀ ਬਿਲਕੁਲ ਬਿਲਕੁਲ। ਅਗਲੀ ਖਬਰ ਅਣਖੀ ਸਾਹਿਬ ਆਪਾਂ ਲੈ ਲੈਂਦੇ ਹਾਂ। ਅਗਲੀ ਖਬਰ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਲੈ ਲੈਂਦੇ ਹਾਂ। ਬਿਕਰਮ ਸਿੰਘ ਮਜੀਠੀਆ ਨੂੰ ਵੀ ਇੱਕ ਜਿਹੜਾ ਕਰਾਰਾ ਝਟਕਾ ਲੱਗਿਆ। ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਦੇ ਉੱਪਰ ਜਿਹੜੀ ਸੁਣਵਾਈ ਲਗਾਤਾਰ 31 ਮਈ ਤੋਂ ਲਟਕਦੀ ਆ ਰਹੀ ਹੈ। ਪਹਿਲਾਂ ਇੱਕ ਬੈਂਚ ਨੇ 31 ਮਈ ਨੂੰ ਬਹਿਸ ਪੂਰੀ ਹੋਈ, ਫਿਰ ਸੁਣਵਾਈ ਹੋਣੀ ਸੀ। ਇੱਕ ਜੱਜ ਦੇ ਵੱਲੋਂ ਆਪਣੇ ਆਪ ਨੂੰ ਅਲੱਗ ਕਰ ਲਿਆ ਗਿਆ। ਫਿਰ ਉਹਦੇ ਅਲੱਗ ਕਰਨ ਤੋਂ ਬਾਅਦ ਫਿਰ ਸੈਕਿੰਡ ਬੈਂਚ ਨੂੰ ਜਿਹੜਾ ਸੌਂਪਿਆ ਗਿਆ ਹੈ ਮਾਮਲਾ ਕਿ ਤੁਸੀਂ ਇਹ 'ਤੇ ਫੈਸਲਾ ਸੁਣਾਓ। ਉਸ ਨੇ ਫੈਸਲਾ ਸੁਣਾਉਣ ਤੋਂ ਫਿਰ ਪਹਿਲਾਂ ਇੱਕ ਜੱਜ ਅੱਗੇ ਚਲਾ ਗਿਆ, ਜਾਣੀ ਛੱਡ ਕੇ ਸੁਣਵਾਈ ਤੋਂ ਉਹਨੇ ਵੱਖ ਕਰ ਲਿਆ। ਯਾਨੀ ਹੁਣ ਤੀਜੇ ਥਾਂ ਉਹਨਾਂ ਦੀ ਸੁਣਵਾਈ ਪਹੁੰਚੀ ਹੈ ਤੇ ਉਸ ਨੇ ਵੀ ਕੋਈ ਰਾਹਤ ਨਹੀਂ ਦਿੱਤੀ। ਉਸ ਬੈਂਚ ਨੇ ਵੀ ਉਸ ਨੇ ਵੀ ਸਾਫ਼ ਤੌਰ 'ਤੇ ਇਹੀ ਜਿਹੜਾ ਕਹਿ ਦਿੱਤਾ ਕਿ ਹੁਣ ਸੁਣਵਾਈ ਜਿਹੜੀ ਹੈ 29 ਜੁਲਾਈ ਨਹੀਂ ਹੋਊਗੀ। ਲਗਾਤਾਰ ਜਿਹੜੇ ਦਿਨ ਬਿਕਰਮ ਸਿੰਘ ਮਜੀਠੀਆ ਦੇ ਜੇਲ੍ਹ ਦੇ ਵਿੱਚ ਵੱਧਦੇ ਜਾ ਰਹੇ ਆ, ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ ਕਿ ਬਿਕਰਮ ਸਿੰਘ ਮਜੀਠੀਆ ਨੂੰ ਕਿੰਨਾ ਕੁ ਵੱਡਾ ਝਟਕਾ ਖਾਸ ਕਰਕੇ ਬਾਦਲ ਪਰਿਵਾਰ ਦੇ ਲਈ? ਸੁਖਵਿੰਦਰ ਜੀ, ਝਟਕਾ ਤਾਂ ਬਾਦਲ ਪਰਿਵਾਰ ਨੂੰ ਹੈ ਹੀ ਹੈ। ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਤਾਂ ਵੱਧਦੀਆਂ ਨੇ, ਪਰ ਸਭ ਤੋਂ ਮਹੱਤਵਪੂਰਨ ਗੱਲ ਸੁਖਵਿੰਦਰ ਜੀ ਜਿਹਦੇ ਉੱਤੇ ਪ੍ਰਸ਼ਨ ਕਰਨਾ ਬਣਦਾ ਜਾਂ ਜਿਸ ਦਾ ਵਿਚਾਰ ਵਿਸ਼ਲੇਸ਼ਣ ਕਰਨਾ ਬਣਦਾ, ਉਹ ਇਹ ਗੱਲ ਆ ਕਿ ਬਿਕਰਮਜੀਤ ਸਿੰਘ ਮਜੀਠੀਆ ਦੀ ਜਦੋਂ ਵੀ ਸੁਣਵਾਈ ਹੁੰਦੀ ਆ ਜਾਂ ਤਾਂ ਜੱਜ ਇਨਕਾਰ ਕਰ ਦਿੰਦੇ ਆ ਜਾਂ ਜੱਜ ਛੁੱਟੀ ਤੇ ਚਲੇ ਜਾਂਦੇ ਆ ਤੇ ਜਾਂ ਜੱਜ ਸਾਫ਼ ਤੌਰ ਤੇ ਕਹਿ ਦਿੰਦੇ ਕਿ ਅਸੀਂ ਇਸ ਕੇਸ ਦੀ ਸੁਣਵਾਈ ਹੀ ਨਹੀਂ ਕਰਨੀ। ਸਭ ਤੋਂ ਵੱਡੇ ਕਾਰਨ ਅਜੇ ਤੱਕ ਤਾਂ ਇਹੋ ਹੀ ਕਾਰਨ ਸਮਝ ਦੇ ਵਿੱਚ ਹੀ ਨਹੀਂ ਆਏ ਕਿ ਬਿਕਰਮਜੀਤ ਸਿੰਘ ਮਜੀਠੀਆ ਦੇ ਅਸਲ ਦੇ ਵਿੱਚ ਚੱਕਰ ਹੈ ਕੀ, ਕਿਉਂ ਜੱਜ ਉਸ ਤੋਂ ਉਹਦੇ ਸਟੇਟਸ ਤੋਂ ਜਾਂ ਬੀਤੇ ਦੌਰ ਦੇ ਵਿੱਚੋਂ ਇੰਨੇ ਖੌਫਜ਼ਦਾ ਨੇ ਕਿ ਉਹਦੀ ਕੋਈ ਸੁਣਵਾਈ ਨਹੀਂ ਉਸ ਕੇਸ ਦੀ ਹੋ ਰਹੀ। ਚੀਫ ਜਸਟਿਸ ਹੁਕਮ ਦਿੰਦਾ ਕਿ ਤੂੰ ਹਾਈ ਕੋਰਟ 'ਚ ਜਾਓ, ਹਾਈ ਕੋਰਟ 'ਚ ਡਬਲ ਬੈਂਚ ਕੋਲ ਜਾਂਦਾ, ਡਬਲ ਬੈਂਚ ਉਸ ਨੂੰ ਇਨਕਾਰ ਕਰ ਦਿੰਦਾ, ਫਿਰ ਅਗਲੇ ਬੈਂਚ ਕੋਲ ਜਾਂਦਾ, ਅਗਲੇ ਬੈਂਚ ਦਾ ਜੱਜ ਸੁਣਵਾਈ ਨਹੀਂ ਕਰਦਾ, ਛੁੱਟੀ ਤੇ ਚਲੇ ਜਾਂਦੇ ਆ ਔਰ ਸਾਫ਼ ਇਨਕਾਰ ਕਰ ਦਿੰਦੇ ਆ। ਸੁਖਵਿੰਦਰ ਜੀ, ਸਭ ਤੋਂ ਮਹੱਤਵਪੂਰਨ ਗੱਲ ਇਹ ਆ ਕਿ ਇਹ ਸਭ ਕੁਝ ਕਿਉਂ ਹੋ ਰਿਹਾ, ਕੀ ਇਹਦੇ ਪਿੱਛੇ ਵੀ ਕੋਈ ਸਾਜ਼ਿਸ਼ ਆ ਜਾਂ ਕਾਨੂੰਨੀ ਦਾਅ ਪੇਚ ਨਹੀਂ। ਬਹੁਤ ਕੁਝ ਇਹੋ ਜਿਹਾ ਲੁਕਿਆ ਹੁੰਦਾ ਕਿ ਜਿਹੜਾ ਪਰਦੇ ਦੇ ਸਾਹਮਣੇ ਵਾਪਰਦਾ ਪਰ ਹੁੰਦਾ ਉਹ ਪਰਦੇ ਦੇ ਪਿੱਛੇ ਆ। ਹੁਣ ਅੱਜ ਦੀ ਗੱਲ ਕਰ ਲਓ, ਅੱਜ ਵੀ ਜਿਸ ਤਰੀਕੇ ਦੇ ਨਾਲ ਸੁਣਵਾਈ ਅੱਜ ਹੋਣੀ ਸੀ ਤਾਂ ਜਾਂਦਿਆਂ ਹੀ ਜੇ ਸਰਕਾਰੀ ਵਕੀਲ ਇਹੋ ਗੱਲ, ਜਿਸ ਤਰ੍ਹਾਂ ਸਰਕਾਰੀ ਵਕੀਲ ਨੇ ਇਹ ਗੱਲ ਕਹੀ ਜੀ ਸੀਨੀਅਰ ਵਕੀਲ ਆ ਰਹੇ ਨੇ ਬਸ, ਤੇ ਦੂਜੇ ਪਾਸੇ ਜਿਹੜੇ ਬਿਕਰਮਜੀਤ ਸਿੰਘ ਮਜੀਠੀਆ ਦੇ ਵਕੀਲ ਸੀ ਉਹਨਾਂ ਨੇ ਕਿਹਾ ਹਾਂਜੀ ਅਸੀਂ ਕੁਝ ਕਾਗਜ਼ ਜਮ੍ਹਾਂ ਕਰਾਉਣੇ ਆ। ਆਹ ਦੋ ਗੱਲਾਂ ਹੁੰਦੀਆਂ ਨੇ ਤੇ ਜੱਜ ਉਸੇ ਵੇਲੇ ਉੱਠ ਕੇ ਚਲੇ ਜਾਂਦੇ ਨੇ ਤੇ 29 ਜੁਲਾਈ ਦੀ ਤਰੀਕ ਜਿਹੜੀ ਆ ਉਹ ਪਾ ਦਿੰਦੇ ਨੇ। ਹੁਣ ਸਰਕਾਰੀ ਵਕੀਲ ਦਾ ਇਹ ਗੱਲ ਕਹਿਣੀ ਕਿ ਹਾਂਜੀ ਠੀਕ ਆ ਸੀਨੀਅਰ ਵਕੀਲ ਆ ਰਹੇ ਨੇ, ਦੂਜੇ ਪਾਸੇ ਬਿਕਰਮਜੀਤ ਸਿੰਘ ਮਜੀਠੀਆ ਦੇ ਵਕੀਲ ਦਾ ਇਹ ਕਹਿਣਾ ਕਿ ਸਰਕਾਰੀ ਕਾਗਜ਼ਾਤ ਅਸੀਂ ਕੁਝ ਜਮ੍ਹਾਂ ਕਰਾਉਣੇ ਆ, ਉਸ ਤੋਂ ਬਾਅਦ ਜੱਜ ਦਾ ਉੱਠ ਜਾਣਾ। ਇਹੋ ਜਿਹੇ ਮੈਂ ਕਹਿ ਰਿਹਾ ਕਿ ਕਾਨੂੰਨੀ ਦਾਅ ਪੇਚ ਨੇ ਜਿਨ੍ਹਾਂ ਦਾਅ ਪੇਚਾਂ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਉਲਝ ਕੇ ਰਹਿ ਗਏ। ਉਲਝ ਕੇ ਇਹਨੂੰ ਹੁਣ ਕਿਸ ਤਰੀਕੇ ਨਾਲ ਉਲਝੇ ਆ ਇਹ ਸੁਖਵਿੰਦਰ ਜੀ ਇੱਕ ਅਲੱਗ ਵਿਸ਼ਾ, ਉਹ ਵਿਸ਼ਾ ਪੋਲੀਟੀਕਲ ਵੈਂਡੇਟਾ ਵੀ ਹੋ ਸਕਦਾ, ਬਹੁਤ ਕੁਝ ਇਹੋ ਜਿਹਾ ਹੋ ਸਕਦਾ ਜੋ ਬੀਤੇ ਦੌਰ ਦੇ ਵਿੱਚ ਇਹਨਾਂ ਵੱਲੋਂ ਕੀਤਾ ਗਿਆ ਤੇ ਹੁਣ ਵਿਆਜ ਸਮੇਤ ਇਹਨਾਂ ਨੂੰ ਮੋੜਨਾ ਪੈ ਰਿਹਾ। ਇੱਕ ਕਾਰਨ ਇਹ ਹੋ ਸਕਦਾ। ਇਹ ਉਹ ਸਥਿਤੀਆਂ ਨੇ ਸੁਖਵਿੰਦਰ ਜੀ ਜਦੋਂ ਬੰਦਾ ਤਾਕਤ ਦੇ ਨਸ਼ੇ ਦੇ ਵਿੱਚ ਆਪਣੇ ਸਿਖਰ ਤੇ ਹੁੰਦਾ ਤੇ ਥੱਲੜਿਆਂ ਨੂੰ ਕੋਈ ਨਹੀਂ ਸਮਝਦਾ ਹੀ ਕੱਖ ਨਹੀਂ, ਤਾਂ ਫਿਰ ਜਦੋਂ ਆਪਣੇ ਤੇ ਪੈਂਦੀ ਆ ਤਾਂ ਬੰਦਾ ਫਿਰ ਬਦਲ ਜਾਂਦਾ। ਉਹੋ ਜਿਹੀਆਂ ਜਿਹੜੀਆਂ ਸਥਿਤੀਆਂ ਨੇ ਇਸ ਵੇਲੇ
ਬਿਕਰਮਜੀਤ ਸਿੰਘ ਮਜੀਠੀ ਦੇ ਸੰਦਰਭ 'ਚ ਵੇਖੀਆਂ ਜਾ ਸਕਦੀਆਂ ਨੇ। ਜਦੋਂ ਇਲੈਕਸ਼ਨ ਹੋਈ, ਇਲੈਕਸ਼ਨ ਤੋਂ ਬਾਅਦ ਉਹਨਾਂ ਨੇ ਸਰੈਂਡਰ ਕਰ ਦਿੱਤਾ। ਸਰੈਂਡਰ ਕਰਨ ਤੋਂ ਬਾਅਦ ਉਹਨਾਂ ਦੀ ਜ਼ਮਾਨਤ ਦੀ ਉਹ ਅਰਜ਼ੀ ਕਿਤੇ ਪ੍ਰਵਾਨ ਹੀ ਨਹੀਂ ਹੋ ਰਹੀ, ਕਿਤੇ ਉਹਨਾਂ ਤੇ ਸੁਣਵਾਈ ਨਹੀਂ ਉਸ ਵਿਅਕਤੀ ਦੀ ਹੋ ਰਹੀ ਜਿਹੜਾ ਵਿਅਕਤੀ ਕਹਿੰਦਾ ਸੀ ਕਿ 10 ਸਾਲ ਪੰਜਾਬ ਦੇ ਵਿੱਚ ਉਸ ਬੰਦੇ ਦੀ ਤੂਤੀ ਬੋਲਦੀ ਰਹੀ ਤੇ ਉਹ ਇੱਕ ਬਾਦਸ਼ਾਹ ਦੇ ਰੂਪ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਵਿੱਚ ਰਾਜ ਕੀਤਾ, ਸੇਵਾ ਨਹੀਂ ਕੀਤੀ। ਤੇ ਅੱਜ ਹਾਲਾਤ ਇਹ ਨੇ ਕਿ ਜ਼ਮਾਨਤ ਜਿਹੜੀ ਆ ਉਹ ਨਹੀਂ ਹੋ ਰਹੀ, ਤਾਂ ਉਹ ਬਾਦਲ ਪਰਿਵਾਰ ਜਿਹੜਾ ਬਿਕਰਮਜੀਤ ਸਿੰਘ ਮਜੀਠੀਏ ਨੂੰ ਇੱਕ ਤਗੜਾ ਆਪਣਾ ਸਮਝਦਾ ਸੀ ਹਮਦਰਦ ਜਾਂ ਪਾਰਟੀ ਦੀ ਇੱਕ ਰੀੜ੍ਹ ਦੀ ਹੱਡੀ ਸਮਝਦੇ ਸੀ, ਉਹ ਰੀੜ੍ਹ ਦੀ ਹੱਡੀ ਹੁਣ ਹੌਲੀ ਹੌਲੀ ਭੁਰਦੀ ਜਾ ਰਹੀ ਹੈ ਔਰ ਕਮਜ਼ੋਰ ਹੋ ਗਿਆ ਅਕਾਲੀ ਦਲ ਬਿਕਰਮਜੀਤ ਸਿੰਘ ਮਜੀਠੀਏ ਵਰਗੇ ਨੇਤਾ ਦੇ ਜੇਲ੍ਹ ਦੇ ਵਿੱਚ ਜ਼ਮਾਨਤ ਦੀ ਸੁਣਵਾਈ ਨਾ ਹੋਣ ਤੋਂ। ਅਜੇ ਇਹ ਕੇਸ ਨੇ ਕਿਹੜਾ ਰੰਗ ਅਖਤਿਆਰ ਕਰਨਾ, ਕੀ ਹੋਣਾ ਕੀ ਨਹੀਂ, ਇਹ ਆਉਣ ਵਾਲਾ ਵਕਤ ਦੱਸੇਗਾ। ਪਰ ਜਿਸ ਤਰੀਕੇ ਨਾਲ ਝਟਕਾ ਦਰ ਝਟਕਾ ਲੱਗ ਰਿਹਾ ਬਿਕਰਮਜੀਤ ਸਿੰਘ ਮਜੀਠੀਏ ਨੂੰ, ਇਹ ਅੰਦਰੋਂ ਅੰਦਰੀ ਤੇ ਮਾਨਸਿਕ ਤੌਰ ਤੇ ਜਿੱਥੇ ਬਿਕਰਮਜੀਤ ਸਿੰਘ ਮਜੀਠੀਏ ਨੂੰ ਕਮਜ਼ੋਰ ਕਰੇਗਾ। ਬੇਸ਼ੱਕ ਉਹ ਜੋ ਮਰਜ਼ੀ ਕਹਿ ਦੇਣ ਕਿ ਉਹ ਚੜ੍ਹਦੀ ਕਲਾ 'ਚ ਨੇ, ਇਸ ਤਰ੍ਹਾਂ ਆ ਇਦਾਂ ਆ, ਇਹ ਗੱਲਾਂ ਸਿਰਫ ਕਹਿਣ ਦੀਆਂ ਹੁੰਦੀਆਂ ਨੇ, ਪਰ ਮਾਨਸਿਕ ਤੌਰ ਤੇ ਜਿਹੜੀ ਜੇਲ੍ਹ ਦਾ ਵਾਤਾਵਰਨ ਆ ਕਿਸ ਤਰੀਕੇ ਨਾਲ ਬਿਕਰਮਜੀਤ ਸਿੰਘ ਮਜੀਠੀਏ ਨੂੰ ਤੇ ਖਾਸ ਕਰ ਬਾਦਲ ਪਰਿਵਾਰ ਨੂੰ ਕਮਜ਼ੋਰ ਕਰੇਗਾ ਜਾਂ ਕਮਜ਼ੋਰ ਕਰ ਰਿਹਾ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਬਾਕੀ ਸੁਖਵਿੰਦਰ ਜੀ, ਇਹ ਵੀ ਇੱਕ ਗੱਲ ਆਪਾਂ ਨਾਲ ਕਰ ਦਈਏ, ਕਿਉਂਕਿ ਜੋ ਤੁਸੀਂ ਕਰਦੇ ਜੇ ਉਹ ਤੁਹਾਨੂੰ ਦੇਣਾ ਪੈਂਦਾ। ਅੱਜ ਸਵੇਰੇ ਅਸੀਂ ਸਿਮਰਨਜੀਤ ਸਿੰਘ ਮਾਨ ਜਾਂ ਪੰਜਾਬ ਦੀ ਸਿਆਸਤ ਦੀ ਅਸੀਂ ਗੱਲ ਕਰ ਰਹੇ ਸਾਂ, ਹਰ ਪਾਰਟੀ ਦੀ ਗੱਲ ਕੀਤੀ, ਹਰ ਨੇਤਾ ਦੀ ਗੱਲ ਕੀਤੀ। ਸਿਮਰਨਜੀਤ ਸਿੰਘ, ਹਾਲਾਂਕਿ ਜਿਹੜੀ ਮੈਂ ਗੱਲ ਲੱਗਾ ਕਰਨ, ਇਸ ਪ੍ਰਸ਼ਨ ਨਾਲ ਜਵਾਬ ਉਹਦਾ ਸੰਬੰਧ ਨਹੀਂ, ਪਰ ਗੱਲ ਕਰਨੀ ਬਣ ਗਈ ਕਿਉਂਕਿ ਜਿਸ ਤਰੀਕੇ ਨਾਲ ਸਿਮਰਨਜੀਤ ਸਿੰਘ ਮਾਨ ਹੁਣੀ ਬੀਤੇ ਦੌਰ 'ਚ ਭਗਤ ਸਿੰਘ ਦਾ ਵਾਦ ਵਿਵਾਦ ਨੂੰ ਛੇੜ ਕੇ ਬਿਨਾਂ ਗੱਲ ਤੋਂ ਚਰਚਾ 'ਚ ਵਿਸ਼ਾ ਆਏ ਨੇ, ਅੱਜ ਉਹਨਾਂ ਉੱਤੇ ਵੀ 1979 ਵਿੱਚ ਕੀਤੇ ਜਿਹੜਾ ਝੂਠਾ ਪੁਲਿਸ ਮੁਕਾਬਲਾ ਸੀ ਉਹਦੀਆਂ ਪਰਤਾਂ ਵੀ ਅੱਜ ਖੁੱਲ ਗਈਆਂ। ਜਿਹੜਾ ਸਰਾਈ ਨਾਗਾ ਖਾਂ 'ਚ ਉਹਨਾਂ ਨੇ 4 ਨਿਹੰਗਾਂ, ਮਾਫ ਕਰਦਾ 2 ਨਿਹੰਗਾਂ ਨੂੰ ਗੋਲੀ ਮਾਰ ਕੇ ਆਪਣੇ ਸਰਵਿਸ ਰਿਵਾਲਵਰ ਨਾਲ ਮਾਰਿਆ ਸੀ। ਕਹਿਣ ਦਾ ਅਰਥ ਹੈ ਕਿ ਕੀਤੇ ਗਏ ਗੁਨਾਹ ਤੁਹਾਡਾ ਕਦੇ ਵੀ ਪਿੱਛਾ ਨਹੀਂ ਛੱਡਦੇ, ਉਹ ਹਮੇਸ਼ਾ ਪਰਛਾਵੇਂ ਬਣ ਕੇ ਤੁਹਾਡੇ ਨਾਲ ਚੱਲਦੇ ਆ। ਜੋ ਅੱਜ ਤੁਸੀਂ ਵਰਤਮਾਨ 'ਚ ਕੀਤਾ, ਜੋ ਅੱਜ ਅਸੀਂ ਵਰਤਮਾਨ 'ਚ ਕਰ ਰਹੇ ਹਾਂ, ਆਉਣ ਵਾਲੇ ਸਮੇਂ 'ਚ ਸੁਖਵਿੰਦਰ ਜੀ ਉਹਦਾ ਭੁਗਤਾਨ ਤਾਂ ਕਰਨਾ ਹੀ ਪੈਣਾ। ਉਹ ਭੁਗਤਾਨ ਭਾਵੇਂ ਵਿਆਜ ਦੇ ਰੂਪ 'ਚ ਹੋਵੇ ਚਾਹੇ ਮੂਲ ਦੇ ਰੂਪ ਦੇ ਵਿੱਚ ਹੋਵੇ, ਉਹ ਦੇਣਾ ਹੀ ਪੈਣਾ। ਬਾਕੀ ਜੋ ਬਿਕਰਮਜੀਤ ਸਿੰਘ ਮਜੀਠੀਏ ਨਾਲ ਹੋ ਰਿਹਾ, ਇਹ ਝਟਕਾ ਤਾਂ ਅਕਾਲੀ ਦਲ ਨੂੰ ਹੈ ਹੀ ਹੈ ਜੀ। ਬਿਲਕੁਲ। ਅੱਗੇ ਅਗਲੀ ਖਬਰ ਜਿਹੜੀ ਹੈ ਅਗਲੀ, ਉਹ ਕਾਫੀ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਇੱਕ ਲੇਡੀ ਮਸ਼ਹੂਰ ਸਖਤ ਛਵੀ ਵਾਲੀ IAS ਅਫਸਰ ਅਮਰਤ ਕੌਰ ਗਿੱਲ, ਜਿਹੜੇ ਪਹਿਲੇ ਮਲੇਰਕੋਟਲੇ ਜ਼ਿਲ੍ਹੇ ਦੇ ਪਹਿਲੇ ਮਹਿਲਾ ਜਿਹੜੇ DC ਫਤਿਹਗੜ੍ਹ ਸਾਹਿਬ ਦੇ DC ਵੀ ਉਹ ਰਹਿ ਕੇ ਆਏ ਆ, ਉਹਨਾਂ ਨੇ ਕਹਿੰਦੇ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਮੰਗ ਲਈ ਹੈ, ਨੌਕਰੀ ਛੱਡਣ ਲੱਗੇ ਨੇ। ਬੜੇ ਤਰੀਕੇ ਦੀਆਂ ਚਰਚਾਵਾਂ ਨੇ। ਚਰਚਾਵਾਂ ਇਹ ਨੇ ਕਿ ਸਰਕਾਰ ਦੇ ਰਵੱਈਏ ਤੋਂ, ਅਫਸਰਾਂ ਦੇ ਰਵੱਈਏ ਤੋਂ ਉਹ ਖੁਸ਼ ਨਹੀਂ ਸੀ, ਇਸ ਕਰਕੇ ਨੌਕਰੀ ਛੱਡੀ ਹੈ। ਕੁਝ ਕਹਿੰਦੇ ਕਿ ਉਹਨਾਂ ਨੇ ਵਿਦੇਸ਼ ਜਾਣਾ, ਇਸ ਕਰਕੇ ਨੌਕਰੀ ਛੱਡੀ ਹੈ। ਕੁਝ ਕਹਿੰਦੇ ਆ ਕਿ ਉਹਨਾਂ ਨੇ ਪਰਿਵਾਰਕ ਰੰਝੇਵਿਆਂ ਦੇ ਕਰਕੇ ਨੌਕਰੀ ਛੱਡੀ ਹੈ। ਆਖਿਰ ਮਾਮਲਾ ਅਣਖੀ ਸਾਹਿਬ ਹੈ ਕੀ ਹੈ, ਅਸਲੀਅਤ ਹੈ ਕੀ ਹੈ? ਸੁਖਵਿੰਦਰ ਜੀ, ਅਮਰਤ ਕੌਰ ਗਿੱਲ ਜਿਹੜੇ ਨੇ 2009 ਦੇ IAS ਅਧਿਕਾਰੀ ਨੇ, ਜਿਹੜੇ ਦੱਸਿਆ ਜਾ ਰਿਹਾ, ਅਣਖੀ ਸਾਹਿਬ ਦੱਸਿਆ ਜਾ ਰਿਹਾ 2010 ਦੇ, ਪਰ ਜੋ ਮੈਨੂੰ ਜਾਣਕਾਰੀ ਸੀ 2009 ਦੇ ਉਹ IAS ਅਧਿਕਾਰੀ ਨੇ। ਤੁਹਾਡੀ ਜਾਣਕਾਰੀ ਦੁਰਸਤ ਹੋ ਸਕਦੀ ਹੈ, ਮੈਂ ਸ਼ਾਇਦ ਗਲਤ ਹੋਵਾਂ। ਤਾਂ ਉਹ ਮਲੇਰਕੋਟਲਾ ਔਰ ਫਰੀਦਕੋਟ ਦੇ ਵਿੱਚ ਬਤੌਰ ਡਿਪਟੀ ਕਮਿਸ਼ਨਰ ਕੰਮ ਕਰਦੇ ਰਹੇ ਨੇ ਤੇ ਬੜੇ ਸਖਤ ਅਸੀਂ ਕਹਿ ਸਕਦੇ ਕਿ ਸੁਭਾਅ ਵਾਲੇ ਉਹ ਡਿਪਟੀ ਕਮਿਸ਼ਨਰ ਜਾਂ ਅਫਸਰ ਕਹੇ ਜਾ ਸਕਦੇ ਆ, ਜਾਂ ਜਿਹੜਾ ਉਹਨਾਂ ਦਾ ਕਾਰਜਸ਼ੈਲੀ ਜਿਹੜੀ ਰਹੀ ਹੈ, ਕਿਸੇ ਦੇ ਦਬਾਅ ਦੇ ਵਿੱਚ ਉਹਨਾਂ ਨੇ ਆਣ ਕੇ ਕੰਮ ਜਿਹੜਾ ਨਹੀਂ ਕੀਤਾ ਅੱਜ ਤੱਕ, ਜੋ ਉਹਨਾਂ ਦੇ ਸ਼ਖਸੀਅਤ ਦੇ ਪਸਾਰਾਂ ਦੇ ਸੰਬੰਧੀ ਸਾਡੇ ਤੱਕ ਜਾਣਕਾਰੀ ਪਹੁੰਚੀ ਹੈ। ਸੁਖਵਿੰਦਰ ਜੀ, ਹੁਣ ਜਿਸ ਤਰੀਕੇ ਨਾਲ ਚਰਚਾਵਾਂ ਚੱਲਦੀਆਂ ਪਈਆਂ ਨੇ ਕਿ ਉਹਨਾਂ ਵੱਲੋਂ VRS ਲੈ ਲਈ ਗਈ ਹੈ, ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਉਹਨਾਂ ਨੇ ਲੈ ਲਈ ਹੈ, ਕਿ ਹਾਲਾਂਕਿ ਉਹਨਾਂ ਦੀ 3 ਸਾਲ ਦੀ ਨੌਕਰੀ ਜਿਹੜੀ ਹੈ ਅਜੇ ਉਹ ਪਈ ਕਹਿੰਦੇ ਹੈਗੀ ਹੈ। ਹੁਣ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈਣ ਦੇ ਪਿੱਛੇ 2 ਮਹੱਤਵਪੂਰਨ ਕਾਰਨ ਹੁੰਦੇ ਆ। ਇਸ ਵੇਲੇ ਉਹ ਸੈਕਟਰੀ ਲੈਵਲ ਦੇ ਅਧਿਕਾਰੀ ਨੇ, ਤਾਂ ਇੱਕ ਤੇ ਜਿਹੜਾ ਸਰਕਾਰ ਦਾ ਦਬਾਅ, ਇੱਕ ਤਾਂ ਕਾਰਨ ਇਹ ਹੋ ਸਕਦਾ, ਦੂਜਾ ਬੰਦੇ ਦੀਆਂ ਪਰਿਵਾਰਕ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ। ਜਿਸ ਤਰੀਕੇ ਨਾਲ ਆਮ ਬੰਦਾ ਇਹ ਗੱਲ ਕਹਿ ਦਿੰਦਾ ਹੁੰਦਾ ਕਿ ਪਰਿਵਾਰਕ ਰਜੀਵਿਆਂ ਦੇ ਕਰਕੇ ਮੈਂ ਨੌਕਰੀ ਪਹਿਲਾਂ ਲੈ ਰਿਹਾ, ਮੈਂ ਵਿਦੇਸ਼ ਜਾਣਾ, ਮੈਂ ਇਸ ਤਰ੍ਹਾਂ ਕਰਦਾ। ਇਹ ਉਹ ਬਿਆਨ ਹੁੰਦੇ ਨੇ ਜਿਹੜੇ ਉਸ ਅਧਿਕਾਰੀ ਵੱਲੋਂ ਦਿੱਤੇ ਜਾਂਦੇ ਨੇ, ਜਿਹੜੇ ਅਧਿਕਾਰੀ ਨੇ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਸੇਵਾ ਮੁਕਤੀ ਲੈਣੀ ਹੁੰਦੀ ਹੈ। ਪਰ ਅਸਲ ਦੇ ਵਿੱਚ ਜਿੰਨਾ ਕੁ ਸੁਖਵਿੰਦਰ ਮੇਰਾ ਤਜਰਬਾ, ਜਦੋਂ ਬੰਦਾ ਸੇਵਾ ਮੁਕਤੀ ਪਹਿਲਾਂ ਲੈਂਦਾ ਆਪਣੇ ਕਾਰਜਕਾਲ ਤੋਂ ਪਹਿਲਾਂ, ਉਸ ਤੇ 2 ਕਾਰਨ ਹੁੰਦੇ ਆ।
ਇੱਕ ਕਾਰਨ ਤੇ ਇਹ ਹੁੰਦਾ, ਇੱਕ ਉਹ ਦਬਾਅ ਹੁੰਦਾ ਜਿਹੜਾ ਉਸਦੇ ਪ੍ਰਸ਼ਾਸਨ ਜਾਂ ਵੱਡੀ ਉਹ ਉੱਪਰਲੀ ਅਫਸਰਸ਼ਾਹੀ ਜਾਂ ਉੱਪਰਲੇ ਸਿਆਸਤਦਾਨਾਂ ਵੱਲੋਂ ਉਹਦੇ ਉੱਤੇ ਪਾਇਆ ਜਾ ਰਿਹਾ ਹੁੰਦਾ। ਤਾਂ ਜਿੱਥੇ ਉਹਦੀ ਆਤਮਾ, ਜਿੱਥੇ ਉਸਦੀ ਜ਼ਮੀਰ ਉਸ ਦਬਾਅ ਨੂੰ ਝੱਲਣ ਤੋਂ ਮੁਨਕਰ ਹੋ ਜਾਂਦੀ ਆ, ਤਾਂ ਬੰਦਾ ਦੂਜਾ ਰਾਹ ਲੱਭ ਲੈਂਦਾ। ਤੇ ਦੂਜਾ ਅਗਲਾ ਕਾਰਨ ਇਹ ਹੁੰਦਾ ਸੁਖਵਿੰਦਰ ਜੀ, ਜਿਹੜਾ ਜ਼ਿਆਦਾ ਜਿਹਦੀ ਚਰਚਾਵਾਂ ਨਹੀਂ ਆ, ਕਈ ਵਾਰੀ ਬੀਤੇ ਦੇ ਵਿੱਚ ਉਹਨਾਂ ਅਧਿਕਾਰੀਆਂ ਵੱਲੋਂ ਕਈ ਕੰਮ ਹੀ ਇਹੋ ਜਿਹੇ ਕੀਤੇ ਗਏ ਹੁੰਦੇ ਆ ਜਿਨ੍ਹਾਂ ਦਾ ਡਰ ਪੈ ਜਾਂਦਾ ਕਿ ਹਾਂ ਵੀ ਉਹ ਫਾਈਲਾਂ ਕਿਤੇ ਖੋਲ੍ਹ ਨਾ ਜਾਣ, ਕਿਤੇ ਇਹ ਨਾ ਹੋ ਜੇ, ਕਿਤੇ ਉਹ ਨਾ ਹੋ ਜੇ, ਕਿਤੇ ਕੁਝ ਨਾ ਹੋ ਜੇ। ਇੱਕ ਡਰ ਇਹ ਹੁੰਦਾ ਕਿ ਸਮੇਂ ਤੋਂ ਪਹਿਲਾਂ ਹੀ ਸੇਵਾ ਮੁਕਤੀ ਲੈ ਲਈ ਜਾਵੇ ਤੇ ਇਸ ਝੰਜਟ ਤੋਂ ਛੱਡ ਕੇ ਸਾਈਡ ਤੇ ਹੋ ਜਾਈਏ। ਕਿਉਂਕਿ ਜਿਸ ਤਰੀਕੇ ਨਾਲ ਇਸ ਵੇਲੇ ਭਗਵੰਤ ਮਾਨ ਦੀ ਸਰਕਾਰ ਲੱਗੀ ਆ ਭ੍ਰਿਸ਼ਟਾਚਾਰ ਦੇ ਖਿਲਾਫ, ਮੈਂ ਤੇ ਇਹ ਗੱਲ ਪਹਿਲਾਂ ਕਲੀਅਰ ਕਰਦਾ, ਮੈਂ ਅੰਮ੍ਰਿਤ ਕੌਰ ਗਿੱਲ ਦੇ ਕਿਸੇ ਵੀ ਉੱਤੇ, ਉਹਨਾਂ ਦੀ ਨੌਕਰੀ ਛੱਡਣ ਦੇ ਉੱਤੇ ਕਿਸੇ ਕਿਸਮ ਦਾ ਕੋਈ ਇਲਜ਼ਾਮ ਨਹੀਂ ਲਾ ਰਿਹਾ। ਮੈਂ ਕੇਵਲ ਸਰਕਾਰ ਦੀ ਨੀਤੀ ਦੀ ਗੱਲ ਕਰ ਰਿਹਾ, ਇਸ ਕਰਕੇ ਇਹਨਾਂ ਗੱਲਾਂ ਨੂੰ ਡਿਫਰ ਕਰਕੇ ਹੀ ਸੁਣਿਆ ਜਾਵੇ। ਹਾਂ, ਮੈਂ ਗੱਲ ਕਰ ਰਿਹਾ ਕਿ ਜਿਸ ਤਰੀਕੇ ਨਾਲ ਇਸ ਵੇਲੇ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਪੂਰੀ ਹਮਲਾਵਰ ਰੁਖ ਹੋਈ ਆ ਭ੍ਰਿਸ਼ਟਾਚਾਰ ਦੇ ਖਿਲਾਫ। ਵੱਡੇ ਵੱਡੇ ਅਧਿਕਾਰੀ, ਸੰਜੇ ਭੋਪਲੇ IAS ਅਧਿਕਾਰੀ, ਉਸ ਨੂੰ ਫੜ ਲਿਆ ਗਿਆ, ਬਹੁਤ ਕੁਝ ਇਦਾਂ ਦਾ ਚੱਲਦਾ ਪਿਆ। ਤਾਂ ਕਈ ਵਾਰੀ ਅਧਿਕਾਰੀਆਂ ਦੇ ਵਿੱਚ ਜਿਹੜੇ ਇੰਨੇ ਉੱਚ ਪੱਧਰਾਂ ਦੇ ਕੰਮ ਕੀਤੇ ਗਏ ਹੁੰਦੇ ਨੇ, ਤਾਂ ਉਹਨਾਂ ਕੋਲ ਕਈ ਵਾਰੀ ਇਹੋ ਜਿਹੇ ਕੰਮ ਹੋ ਗਏ ਹੁੰਦੇ ਨੇ ਜਿਨ੍ਹਾਂ ਦਾ ਪਰਛਾਵਾਂ ਹਮੇਸ਼ਾ ਉਹਨਾਂ ਦੇ ਨਾਲ ਨਾਲ ਚੱਲਦਾ। ਤੇ ਉਹਦੇ ਤੋਂ ਵੀ ਕਈ ਵਾਰੀ ਅਧਿਕਾਰੀ ਸੋਚਦੇ ਆ ਕਿ ਇਸ ਤੋਂ ਪਹਿਲਾਂ ਕਿ ਸਰਕਾਰ ਸਾਡੇ ਦੁਆਲੇ ਹੋਏ, ਅਸੀਂ ਕਿਉਂ ਨਾ ਭਰਿਆ ਮੇਲਾ ਹੀ ਛੱਡ ਕੇ ਸਾਈਡ ਤੇ ਹੋ ਜਾਈਏ। ਕਿਉਂ? ਕਿਉਂਕਿ ਕੱਲ ਨੂੰ ਜੇਕਰ ਸਰਕਾਰ ਸਾਡੇ ਤੇ ਸਕੰਜਾ ਕੱਸਦੀ ਆ ਤਾਂ ਬੜਾ ਕੁਝ ਇਹੋ ਜਿਹਾ ਨੰਗਾ ਹੋ ਜਾਏਗਾ ਜਿਹੜਾ ਸਾਡੀ ਉਹ ਸ਼ਖਸੀਅਤ ਦੇ ਉਸ ਰੂਪ ਨੂੰ ਸੱਟ ਪਹੁੰਚਾਏਗਾ ਜਿਸ ਰੂਪ ਨਾਲ ਅਸੀਂ ਲੋਕਾਂ ਦੇ ਸਾਹਮਣੇ ਤੁਰੇ ਫਿਰਦੇ ਹਾਂ। ਇਹ ਦੋ ਕਾਰਨ ਹੁੰਦੇ ਨੇ ਜਦੋਂ ਬੰਦਾ VRS ਦਿੰਦਾ। ਤੇ ਬਾਕੀ ਇਹ ਹੁਣ ਅਧਿਕਾਰੀ ਜਿਹੜੇ ਅੰਮ੍ਰਿਤ ਕੌਰ ਗਿੱਲ ਨੇ, ਅਜੇ ਤੱਕ ਤਾਂ ਇਹਨਾਂ ਦੇ ਸੰਬੰਧੀ ਇਹੋ ਹੀ ਆ ਕਿ ਇਸ ਸੁਭਾਅ ਦੇ ਸਖਤ ਨੇ, ਕਿਸੇ ਦਾ ਦਬਾਅ ਝੱਲਣ ਵਾਲੇ ਨਹੀਂ, ਪਰਿਵਾਰਕ ਜ਼ਿੰਮੇਵਾਰੀਆਂ ਤੇ ਵਿਦੇਸ਼ ਜਾਣ ਕਰਕੇ ਇਹ ਇਹਨਾਂ ਨੇ VRS ਲਈ ਆ। ਬਾਕੀ ਸੁਖਵਿੰਦਰ ਜੀ, ਇੱਥੇ ਬੜੇ ਅਧਿਕਾਰੀ ਇਹੋ ਜਿਹੇ ਨੇ ਜਿਹੜੇ ਛੁੱਟੀ ਲੈ ਕੇ ਵੀ VRS ਮਾਫ ਕਰਦਾ ਵਿਦੇਸ਼ਾਂ ਦੇ ਵਿੱਚ ਚਲੇ ਜਾਂਦੇ, ਇਹੋ ਜਿਹੇ ਅਧਿਕਾਰੀ ਵੀ ਹੈਗੇ ਨੇ। ਬਾਕੀ ਇਹਦਾ ਅਸਲੀ ਸੱਚ ਤੇ ਉਦੋਂ ਹੀ ਸਾਹਮਣੇ ਆਏਗਾ ਜਦੋਂ ਅੰਮ੍ਰਿਤ ਕੌਰ ਗਿੱਲ ਹੁਣੀ ਆਪਣੀ ਸੇਵਾ ਮੁਕਤੀ ਲੈਂਦੇ ਆ। ਕਾਰਨ ਫਿਰ ਆਪਣੇ ਆਪ ਹੀ ਸਾਹਮਣੇ ਆ ਜਾਂਦੇ ਹੁੰਦੇ। ਮੈਂ ਆਪਣੇ ਅਨੁਸਾਰ ਮੈਂ ਬਥੇਰਾ ਕੁਝ ਆਪਣੇ ਦਰਸ਼ਕਾਂ ਨੂੰ ਸਿੱਧੇ ਸ਼ਬਦਾਂ ਤਾਂ ਨਹੀਂ ਕਹਿ ਸਕਿਆ, ਪਰ ਬਹੁਤ ਕੁਝ ਮੈਂ ਸਮਝਾ ਦਿੱਤਾ ਔਰ ਦਰਸ਼ਕ ਮੇਰੇ ਸਮਝਦਾਰ ਨੇ ਕਿ ਇਹ ਸੇਵਾ ਮੁਕਤੀ ਦੇ ਪਿਛਲਾ ਅਸਲੀ ਕਾਰਨ ਕੀ ਹੋ ਸਕਦਾ। ਜੀ ਬਿਲਕੁਲ ਬਿਲਕੁਲ। ਟਾਣਕੇ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।